ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਕਿ ਜੇਕਰ 6 ਚੀਜ਼ਾਂ ਤੁਹਾਡੇ ਤੇ ਪ੍ਰਭਾਵ ਨਹੀਂ ਪਾਉਂਦੀਆਂ, ਜੇਕਰ 6 ਚੀਜ਼ਾਂ ਦਾ ਤੁਹਾਡੇ ਤੇ ਅਸਰ ਨਹੀਂ ਹੈ, ਤੇ ਸਮਝੋ ਤੁਹਾਡੇ ਤੇ ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ, ਗੁਰੂ ਦੀ ਬਖਸ਼ਿਸ਼। ਔਰ ਜਿਹੜਾ ਬੰਦਾ ਇਹਨਾਂ 6 ਚੀਜ਼ਾਂ ਦਾ ਪ੍ਰਭਾਵ ਨਹੀਂ ਕਬੂਲਦਾ, ਜਾਂ ਆਪਾਂ ਇਹ ਕਹਿ ਸਕਦਾ ਕਿ ਜਿਹੜਾ ਬੰਦਾ ਇਹਨਾਂ 6 ਚੀਜ਼ਾਂ ਦੇ ਪ੍ਰਭਾਵ ਤੋਂ ਪਰੇ ਹੈ, ਉਹਨੂੰ ਫਿਰ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਜਿਸ ਅਵਸਥਾ ਦੇ ਬਾਬਤ ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਰੋਜ਼ਾਨਾ ਜਪਜੀ ਸਾਹਿਬ ਸਾਡੇ ਤੇ ਕਿਰਪਾ ਕਰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ। ਜੇਕਰ 6 ਚੀਜ਼ਾਂ ਤੁਹਾਡੇ ਤੇ ਅਸਰ ਨਹੀਂ ਕਰਦੀਆਂ, ਤੇ ਫਿਰ ਤੁਸੀਂ ਸਦਾ ਵਿਗਾਸ ਵਿੱਚ ਰਹੋਗੇ, ਸਦਾ ਖੇੜੇ ਚ ਰਹੋਗੇ, ਸਦਾ ਆਨੰਦ ਵਿੱਚ ਰਹੋਗੇ। ਦੁਨੀਆ ਦੀ ਕੋਈ ਤਾਕਤ, ਕੋਈ ਬਲ, ਕੋਈ ਸਮਰੱਥਾ ਤੁਹਾਡੇ ਵਿਗਾਸ ਨੂੰ, ਖੇੜੇ ਨੂੰ, ਤੁਹਾਡੇ ਆਨੰਦ ਨੂੰ ਤੁਹਾਡੇ ਤੋਂ ਖੋਹ ਨਹੀਂ ਸਕਦਾ। ਤੁਹਾਡੇ ਅੰਦਰ ਦੇ ਟਿਕਾਊ ਨੂੰ ਕੋਈ ਖੋਹ ਨਹੀਂ ਸਕਦਾ, ਅਗਰ ਤੁਸੀਂ 6 ਚੀਜ਼ਾਂ ਤੇ ਪ੍ਰਭਾਵ ਤੋਂ ਮੁਕਤ ਹੋ। ਹੁਣ ਉਹ 6 ਚੀਜ਼ਾਂ ਕਿਹੜੀਆਂ ਨੇ? ਪਹਿਲਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਸੁਖ, ਦੂਜਾ ਦੁੱਖ, ਤੀਜਾ ਪਾਤਸ਼ਾਹ ਕਹਿੰਦੇ ਲਾਭ, ਚੌਥਾ ਨੁਕਸਾਨ, ਪੰਜਵਾਂ ਪਾਤਸ਼ਾਹ ਜੀ ਕਹਿੰਦੇ ਮਾਨ, ਤੇ 6ਵਾਂ ਅਪਮਾਨ। ਜੇਕਰ ਤੁਸੀਂ ਇਹਨਾਂ 6 ਦਾ ਪ੍ਰਭਾਵ ਕਬੂਲਦੇ ਹੋ, ਤੁਸੀਂ ਖੜਾਓ ਚ ਨਹੀਂ ਰਹਿ ਸਕਦੇ, ਤੁਹਾਡੇ ਜੀਵਨ ਚ ਖੇੜਾ ਨਹੀਂ ਆ ਸਕਦਾ। ਕਿਉਂਕਿ ਜਿਹੜਾ ਬੰਦਾ ਸੁਖੀ ਹੈ, ਸੁਭਾਵਿਕ ਤੌਰ ਤੇ ਉਹਦੇ ਜੀਵਨ ਚ ਦੁੱਖ ਆਏਗਾ। ਐਸਾ ਨਹੀਂ ਹੋ ਸਕਦਾ ਕਿ ਤੁਸੀਂ ਸੁੱਖ ਮੰਗੋ ਤੇ ਕਹੋ ਜੀ ਦੁੱਖ ਨਹੀਂ ਚਾਹੀਦਾ ਮੈਨੂੰ। ਇਹ ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਜੁੜੇ ਹੋਏ ਨੇ। ਅਗਰ ਤੁਸੀਂ ਇੱਕ ਦੀ ਮੰਗ ਕਰੋਗੇ ਨਾ, ਦੂਜੇ ਦੀ ਤੁਸੀਂ ਮੰਗ ਕੀਤੀ ਹੈ ਕਿ ਨਹੀਂ ਕੀਤੀ, ਦੂਜੇ ਨੇ ਆਪਣੇ ਆਪ ਆ ਜਾਣਾ। ਸੁਖ ਮੰਗਤ ਦੁੱਖ ਆਗਲ ਹੋਏ। ਗੁਰੂ ਸਾਹਿਬ ਕਹਿੰਦੇ ਤੂੰ ਸੁਖ ਮੰਗ, ਦੁੱਖ ਅੱਗੇ ਖੜਾ ਹੋਏਗਾ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਕਹਿੰਦੇ ਤੂੰ ਸੁਖ ਮੰਗ, ਦੁੱਖ ਅੱਗੇ ਖੜਾ ਹੋਏਗਾ। ਕਿਉਂਕਿ ਸੁਖ ਦੁੱਖ ਜੁੜੇ ਹੋਏ ਨੇ। ਇਹਨਾਂ ਦੋਨਾਂ ਚੋਂ ਤੁਸੀਂ ਇੱਕ ਨੂੰ ਛੱਡ ਦਿਓ, ਦੂਜਾ ਆਪਣੇ ਆਪ ਛੁੱਟ ਜਾਣਾ ਹੈ। ਅਗਰ ਤੁਸੀਂ ਸੁੱਖ ਨਹੀਂ ਦੇ ਪ੍ਰਭਾਵ ਤੋਂ ਪਰੇ ਹੋ, ਤੇ ਦੁੱਖ ਆਪਣੇ ਆਪ ਜਾਂਦੇ ਰਹਿਣਾ ਹੈ। ਦੂਜਾ ਲਾਭ ਤੇ ਨੁਕਸਾਨ। ਸਾਡੀ ਇਹ ਦਿੱਕਤ ਹੈ, ਸਾਡੀ ਫਿਤਰਤ ਹੈ ਕਿ ਸਾਨੂੰ ਸਿਰਫ ਲਾਭ ਚਾਹੀਦਾ ਹੈ। ਅਸੀਂ ਸਿਰਫ ਜਿੱਤਣਾ ਜਾਣਦੇ ਹਾਂ। ਪਰ ਹੁਣ ਕੌਣ ਸਮਝਾਏ, ਕੱਲਾ ਲਾਭ ਨਹੀਂ ਭਾਈ, ਨਾਲ ਨੁਕਸਾਨ ਵੀ ਖੜਾ ਹੈ। ਤੂੰ ਲਾਭ ਦੀ ਗੱਲ ਕਰ, ਉਧਰ ਨਾਲ ਨੁਕਸਾਨ ਵੀ ਖੜਾ ਹੈ ਪੱਕਾ। ਅਗਰ ਤੂੰ ਜਿੱਤਣ ਦੀ ਗੱਲ ਕਰਨਾ ਹੈ ਤੇ ਹਾਰਨਾ ਵੀ ਪੱਕਾ ਹੈ। ਜਿੱਤ ਹਾਰ ਦੋਨੋਂ। ਫਿਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਮਾਨ ਤੇ ਅਪਮਾਨ। ਹੁਣ ਦੇਖੋ ਜਿਹੜੇ ਇਹ ਦੋ ਨੇ ਨਾ, ਮਾਨ ਤੇ ਅਪਮਾਨ, ਇਹਨਾਂ ਦਾ ਬਹੁਤ ਗਹਿਰੇ ਅਸਰ ਹੈ। ਅਸਰ ਤੇ ਹਾਲਾਂਕਿ ਦੁੱਖ ਸੁੱਖ ਦਾ ਵੀ ਹੈ, ਲਾਭ ਨੁਕਸਾਨ ਦਾ ਵੀ ਹੈ, ਪਰ ਇਹਨਾਂ ਦੋ ਦਾ ਬੜਾ ਗਹਿਰੇ ਅਸਰ ਹੈ, ਬਹੁਤਾ ਗਹਿਰੇ ਅਸਰ ਸਾਡੇ ਜੀਵਨ 'ਚ। ਪਹਿਲਾਂ ਮੈਂ ਤੁਹਾਨੂੰ ਬਚਨ ਸੁਣਾ ਦਿੰਦਾ ਗੁਰੂ ਸਾਹਿਬ ਜੀ ਦੇ। ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ। ਕਹਿੰਦੇ ਜੋ ਬੰਦਾ ਇਹਨਾਂ ਤੋਂ ਮੁਕਤ ਹੋ ਗਿਆ, ਹਰਖ ਤੋਂ, ਸ਼ੋਕ ਤੋਂ, ਸੁਖ ਤੋਂ, ਦੁੱਖ ਤੋਂ, ਲਾਭ ਤੋਂ, ਨੁਕਸਾਨ ਤੋਂ, ਮਾਨ ਤੋਂ, ਅਪਮਾਨ ਤੋਂ, ਪਾਤਸ਼ਾਹ ਜੀ ਕਹਿੰਦੇ ਇਹ ਗੁਰੂ ਦਾ ਤਰਸ ਸਮਝੋ, ਗੁਰੂ ਦੀ ਕਿਰਪਾ ਸਮਝੋ,
ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਣੀ ਸਭ ਪਾਣੀ। ਮੈਂ ਬੇਨਤੀ ਕਰ ਰਿਹਾ ਸੀ ਕਿ ਦੁੱਖ ਸੁੱਖ ਦਾ ਪ੍ਰਭਾਵ ਹੈ, ਲਾਭ ਤੇ ਨੁਕਸਾਨ ਦਾ ਵੀ ਪ੍ਰਭਾਵ ਹੈ, ਪਰ ਅਸੀਂ ਕਦੀ ਕਦੀ ਜਰ ਜਾਂਦੇ ਆ, ਕਦੀ ਕਦੀ ਇਹਨਾਂ ਦੇ ਪ੍ਰਭਾਵ ਨੂੰ ਬਹੁਤਾ ਨਹੀਂ ਕਬੂਲਦੇ, ਕਦੀ ਕਦੀ ਬਹੁਤਾ ਕਬੂਲਦੇ। ਪਰ ਜਿਹੜਾ ਆ ਮਾਨ ਤੇ ਅਪਮਾਨ ਹੈ, ਸਨਮਾਨ ਇੱਜ਼ਤ ਤੇ ਦੂਸਰੇ ਪਾਸੇ ਬੇਇੱਜ਼ਤੀ, ਇਹ ਦੋ ਚੀਜ਼ਾਂ ਜਿਹੜੀਆਂ ਨੇ ਨਾ, ਇਹ ਤੇ ਸਾਡੇ ਅੰਦਰ ਗਹਿਰੇ ਤਲ ਤੱਕ ਅਸਰ ਕਰਦੀਆਂ। ਇਹਨਾਂ ਤੋਂ ਮੁਕਤ ਹੋਣਾ ਬੜਾ ਔਖਾ ਹੈ। ਕਿਉਂ ਜੀ? ਕਿਉਂਕਿ ਦੋਨੋਂ ਸਾਡੇ ਹੰਕਾਰ ਨਾਲ ਜੁੜੀਆਂ ਹੋਈਆਂ, ਸਾਡੀ ਹਉਮੈ ਨਾਲ ਜੁੜੀਆਂ। ਗੁਰਦੇਵ ਜੀ ਕਹਿੰਦੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਅਪਮਾਨ ਜਿਹੜਾ ਹੈ ਉਹ ਕੰਡੇ ਦੀ ਤਰ੍ਹਾਂ ਚੁਭਦਾ ਹੈ। ਉਹ ਬੰਦਾ ਸਾਨੂੰ ਬੁਰਾ ਬੋਲਦਾ ਹੈ, ਸਾਨੂੰ ਬੇਪਤ ਕਰਦਾ ਹੈ, ਸਾਡੀ ਬੇਇੱਜ਼ਤੀ ਕਰਦਾ ਹੈ, ਤੇ ਜਰਨਾ ਬੜਾ ਔਖਾ ਹੋ ਜਾਂਦਾ। ਜੇਕਰ ਅਸੀਂ ਜਵਾਬ ਦੇ ਸਕਦੇ ਹਾਂ ਤੇ ਤੁਰੰਤ ਦਿੰਦੇ ਹਾਂ, ਤੇ ਜੇਕਰ ਅਗਲਾ ਸਾਡੇ ਤੋਂ ਥੋੜਾ ਬਲਵਾਨ ਹੈ, ਤਾਕਤ 'ਚ ਹੈ, ਤੇ ਫਿਰ ਅਸੀਂ ਆਪ ਰੋਟੀ ਪਾਣੀ ਛੱਡ ਦਿੰਦੇ ਆ, ਰੋਂਦੇ ਰਹਿੰਦੇ ਆ, ਦੁੱਖ ਵਿਸ਼ਾਦ ਦੇ ਅੰਦਰ ਡੁੱਬ ਜਾਂਦੇ ਆ। ਕੋਈ ਉਹ ਕਿਉਂ ਮੈਨੂੰ ਆ ਬੋਲ ਕੇ ਗਿਆ, ਉਹਨੇ ਮੇਰੇ ਨਾਲ ਐਸਾ ਕਿਉਂ ਕੀਤਾ, ਉਹਨੇ ਮੈਨੂੰ ਆ ਗੱਲ ਕਿਉਂ ਕਹੀ, ਸਾਰਿਆਂ ਦੇ ਵਿੱਚ ਉਹਨੇ ਮੇਰੀ ਬੇਇੱਜ਼ਤੀ ਕਰ ਦਿੱਤੀ। ਕੈਸੇ ਇਸ ਪ੍ਰਭਾਵ ਤੋਂ ਮੁਕਤ ਹੋਇਆ ਜਾ ਸਕਦਾ ਹੈ? ਮੈਂ ਦੋ ਕੁ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਅਕਾਲੀ ਕੌਰ ਸਿੰਘ ਜੀ ਸਿੱਖ ਜਗਤ ਦੇ ਅੰਦਰ ਇੱਕ ਪ੍ਰਸਿੱਧ ਵਿਦਵਾਨ, ਉਹਨਾਂ ਦੇ ਜੀਵਨ ਦੇ ਨਾਲ ਇੱਕ ਘਟਨਾ ਮੈਂ ਸੁਣੀ ਹੈ। ਕਹਿੰਦੇ ਉਹਨਾਂ ਨੇ ਇੱਕ ਲੇਖ ਲਿਖਿਆ ਜਿਹੜਾ ਅਖਬਾਰ ਦੇ ਅੰਦਰ ਛਪਿਆ। ਉਹ ਲੇਖ ਕਿਸੇ ਨੌਜਵਾਨ ਨੇ ਪੜ੍ਹਿਆ ਤੇ ਨੌਜਵਾਨ ਨੂੰ ਪੜ੍ਹਦਿਆਂ ਸਾਰੀ ਅੰਦਰੋਂ ਅੱਗ ਲੱਗ ਗਈ। ਉਹਨੂੰ ਕੋਈ ਚੰਗਾ ਨਹੀਂ ਲੱਗਾ। ਉਹਨੇ ਅਖਬਾਰ ਦਾ ਟੁਕੜਾ ਚੱਕਿਆ, ਅਗਲੇ ਦਿਨ ਉੱਥੇ ਪਹੁੰਚ ਗਿਆ ਜਿੱਥੇ ਅਕਾਲੀ ਕੌਰ ਸਿੰਘ ਜੀ ਰਹਿੰਦੇ ਸੀ। ਪਤਾ ਲੱਗਾ ਉਹ ਗੁਰਦੁਆਰਾ ਸਾਹਿਬ ਕਥਾ ਕਰਨ ਗਏ ਹੋਏ। ਉੱਥੇ ਪਹੁੰਚ ਗਿਆ। ਜਦੋਂ ਅਕਾਲੀ ਕਥਾ ਕਰ ਰਹੇ ਸੀ, ਉਹ ਪਹੁੰਚ ਗਿਆ ਤੇ ਬਾਹਰ ਉਡੀਕਦਾ ਰਿਹਾ ਵੀ ਬਾਹਰ ਆਉਣਗੇ ਤੇ ਫਿਰ ਗੱਲ ਕਰਾਂਗਾ। ਹੁਣ ਅਕਾਲੀ ਕੌਰ ਸਿੰਘ ਜੀ ਜਦੋਂ ਕਥਾ ਕਰਕੇ ਬਾਹਰ ਗਏ ਨਾ, ਤੇ ਉਹਨੇ ਅਕਾਲੀ ਕੌਰ ਸਿੰਘ ਨੂੰ ਪਕੜ ਲਿਆ। ਕਹਿੰਦੇ, ਜੀ ਗਿਆਨੀ ਜੀ ਸੁਣਿਓ, ਆਹ ਲੇਖ ਤੁਸੀਂ ਲਿਖਿਆ? ਹਾਂ ਮੈਂ ਲਿਖਿਆ। ਜਦੋਂ ਇਹ ਗੱਲ ਕਿ ਨਾ ਮੈਂ ਲਿਖਿਆ, ਉਸ ਨੌਜਵਾਨ ਨੇ ਬਹੁਤ ਬੁਰਾ ਬੋਲਿਆ, ਬਹੁਤ ਮਾੜੇ ਅਪਸ਼ਬਦ ਬੋਲੀ ਗਿਆ। ਬੋਲ ਕੇ ਜਦੋਂ ਚੁੱਪ ਹੋਇਆ, ਅਕਾਲੀ ਕੌਰ ਸਿੰਘ ਨੇ ਸਿਰਫ ਇੱਕ ਹੀ ਗੱਲ ਕਹੀ, ਇੱਕ ਹੀ ਸ਼ਬਦ ਕਿਹਾ ਕਿ ਹੁਣ ਜੋ ਤੁਸੀਂ ਕਹਿਣਾ ਸੀ ਕਹਿ ਲਿਆ, ਮੈਂ ਜਾ ਸਕਦਾ। ਇਹ ਕਹਿ ਕੇ ਅਕਾਲੀ ਕੌਰ ਸਿੰਘ ਚੱਲ ਪਏ। ਹੁਣ ਜਦੋਂ ਆਪਾਂ ਕਿਸੇ ਨੂੰ ਬੁਰਾ ਭਲਾ ਬੋਲਦੇ ਹੋਈਏ ਨਾ ਤੇ ਉਹ ਜਵਾਬ ਨਾ ਦੇ ਤੇ ਗੁੱਸਾ ਹੋਰ ਜ਼ਿਆਦਾ ਚੜ ਜਾਂਦਾ। ਜੈਸੇ ਅਕਾਲੀ ਜੀ ਗਏ ਨੇ, ਪਿੱਛੋਂ ਉਹਨਾਂ ਦਾ ਮੋਢਾ ਫੜ ਲਿਆ, ਕਹਿਣ ਲੱਗਾ, ਗਿਆਨੀ ਜੀ ਕਮਾਲ ਹੋ ਗਈ, ਮੈਂ ਤੁਹਾਨੂੰ ਇੰਨੇ ਬੁਰੇ ਸ਼ਬਦ ਬੋਲੇ, ਜਵਾਬ ਤੇ ਦੇ ਕੇ ਜਾਓ। ਤੇ ਅਕਾਲੀ ਕੌਰ ਸਿੰਘ ਨੇ ਕਿਹਾ ਸੀ ਵੀ ਜਿਹੜੀ ਚੀਜ਼ ਮੇਰੇ ਤੱਕ ਪਹੁੰਚੀ ਨਹੀਂ ਉਹਦਾ ਜਵਾਬ ਕਿਵੇਂ ਦਿਆਂ? ਜੋ ਮੇਰੇ ਤੱਕ ਪਹੁੰਚੀ ਨਹੀਂ ਮੈਂ ਉਹਦਾ ਜਵਾਬ ਕਿਵੇਂ ਦਿਆਂ? ਕਮਾਲ ਹੋ ਗਈ ਹੈ। ਇੰਨੇ ਬੋਲੇ ਨੇ ਕਿ ਤੁਸੀਂ ਇੱਕ ਵੀ ਨਹੀਂ ਸੁਣਿਆ। ਅਕਾਲੀ ਕੌਰ ਸਿੰਘ ਜੀ ਕਹਿੰਦੇ ਕਿ ਮੰਨ ਲੈ ਤੂੰ ਸ਼ੀਸ਼ੇ ਦੇ ਕੈਬਿਨ ਹੈ, ਸ਼ੀਸ਼ੇ ਦੇ ਕੈਬਿਨ ਹੈ, ਮੈਂ ਬਾਹਰ ਸਾਂ, ਤੇਰਾ ਮੂੰਹ ਹਿਲਦਾ ਦਿਖਾਈ ਦਿੰਦਾ ਸੀ, ਪਰ ਤੂੰ ਬੋਲਦਾ ਕੀ ਉਹ ਮੈਨੂੰ ਸੁਣਾਈ ਨਹੀਂ ਸੀ ਦੇ। ਹਾਂ, ਜੇਕਰ ਤੂੰ ਆ ਗੱਲ ਕੋਈ 5-7 ਸਾਲ ਪਹਿਲਾਂ ਮੇਰੇ ਨਾਲ ਕੀਤੀ ਹੁੰਦੀ
ਤੇ ਤੈਨੂੰ ਮੈਂ ਇੱਕ ਨਹੀਂ ਸੀ ਗਿਣ ਦੇਣਾ ਔਰ ਤੈਨੂੰ ਕਾਬੂ ਕਰ ਲੈਣਾ ਸੀ, ਔਰ ਜਿੰਨੀਆਂ ਤੂੰ ਸੁਣਾਈਆਂ ਨੇ ਇਸ ਤੋਂ ਬਹੁਤ ਜ਼ਿਆਦਾ ਤੈਨੂੰ ਮੈਂ ਸੁਣਾ ਦੇਣੀਆਂ ਸੀ। ਪਰ ਹੁਣ ਆ ਜਿਹੜੀਆਂ ਤੂੰ ਗੱਲਾਂ ਕਹੀਆਂ ਨੇ ਮੇਰੇ ਤੱਕ ਪਹੁੰਚੀਆਂ ਨਹੀਂ। ਇੱਕ ਸੱਜਣ ਕਹਿੰਦਾ ਹੈ ਕਿ ਜਿੰਨਾ ਸਮਾਂ ਤੁਸੀਂ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੇ ਆਪਣੇ ਆਪ ਨੂੰ ਦੁਖੀ ਕਰਨ ਦੀ, ਉਹਨਾਂ ਸਮਾਂ ਉਹ ਬੰਦਾ ਤੁਹਾਨੂੰ ਦੁਖੀ ਨਹੀਂ ਕਰ ਸਕਦਾ, ਮਾਨਸਿਕ ਤੌਰ ਤੇ ਪਰੇਸ਼ਾਨ ਨਹੀਂ ਕਰ ਸਕਦਾ। ਬੇਇੱਜ਼ਤੀ ਤੇ ਠੰਡ ਆਮ ਤੌਰ ਤੇ ਕਿਹਾ ਜਾਂਦਾ, ਜਿੰਨੀ ਮਹਿਸੂਸ ਕਰੋਗੇ ਉਨੀ ਜ਼ਿਆਦਾ ਲੱਗੇਗੀ। ਅਗਰ ਉਹ ਬੋਲ ਤੁਹਾਡੇ ਤੱਕ ਪਹੁੰਚਦੇ ਨਹੀਂ ਤੇ ਕਿਵੇਂ ਜਵਾਬ ਦਿਓਗੇ? ਤਿੰਨ ਅੰਤਰ ਹਉਮੈ ਕੰਡਾ ਹੈ। ਹਉਮੈ ਕੀ ਕਰਦੀ ਹੈ? ਛੋਟੀ ਛੋਟੀ ਗੱਲ ਜਿਹੜੀ ਹੈ ਉਹ ਪਿੰਚ ਕਰ ਜਾਂਦੀ ਹੈ, ਕਿਉਂਕਿ ਜਿੰਨੀ ਵੱਡੀ ਹਉਮੈ ਹੋਏਗੀ ਉਹਨਾਂ ਦਰਦ ਆਏਗੀ। ਜਿੰਨੀ ਉਚਾਈ ਤੋਂ ਤੁਸੀਂ ਡਿੱਗੋਗੇ ਉਹਨਾਂ ਜ਼ਿਆਦਾ ਸੱਟ ਲੱਗੇਗੀ। ਜਿੰਨੀ ਵੱਡੀ ਹਉਮੈ ਉਹਨੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਤੁਹਾਨੂੰ ਪਿੰਚ ਕਰਨਗੀਆਂ, ਦੁਖੀ ਕਰਨਗੀਆਂ। ਅਪਮਾਨ ਨਹੀਂ ਬੰਦਾ ਜਰ ਸਕਦਾ। ਮਹਾਤਮਾ ਬੁੱਧ ਬੈਠੇ ਹੋਏ ਸੀ, ਕੁਝ ਕੁ ਕਹਿੰਦੇ ਕਿ ਉਹਨਾਂ ਦੇ ਗਲ 'ਚ ਕੋਈ ਸੱਪ ਪਾ ਗਿਆ ਮਰਿਆ ਹੋਇਆ, ਕੁਝ ਕਹਿੰਦੇ ਉਹਨਾਂ ਦੇ ਚਿਹਰੇ ਤੇ ਥੁੱਕ ਗਿਆ। ਹੁਣ ਪਤਾ ਨਹੀਂ ਥੁੱਕ ਕੇ ਗਿਆ ਕਿ ਸੱਪ ਗਲੇ 'ਚ ਪਾ ਗਿਆ, ਘਟਨਾ ਵਾਪਰੀ ਹੈ ਕਿ ਨਹੀਂ ਵਾਪਰੀ, ਪਰ ਇਹਦੇ 'ਚੋਂ ਜੋ ਸਮਝ ਮਿਲੇਗੀ ਉਹ ਬੜੀ ਕਮਾਲ ਦੀ ਹੈ। ਉਹਦੇ ਚਲੇ ਗਿਆ ਥੁੱਕ ਕੇ ਤੇ ਆਨੰਦ ਨੇ ਉਹਨਾਂ ਦਾ ਚਿਹਰਾ ਪੂੰਝਿਆ। ਥੋੜੇ ਸਮੇਂ ਬਾਅਦ ਮਹਾਤਮਾ ਬੁੱਧ ਦੀਆਂ ਅੱਖਾਂ ਖੁੱਲੀਆਂ ਤੇ ਆਨੰਦ ਕਹਿੰਦਾ ਵੀ ਮੈਂ ਨਹੀਂ ਤੁਹਾਡੇ ਨਾਲ ਰਹਿ ਸਕਦਾ। ਮਹਾਤਮਾ ਬੁੱਧ ਕਹਿੰਦੇ ਕੀ ਹੋ ਗਿਆ? ਕਹਿੰਦਾ ਨਾ, ਮੇਰੀ ਤੁਹਾਡੀ ਨਹੀਂ ਨਿਭ ਸਕਦੀ। ਕੋਈ ਬੰਦਾ ਤੁਹਾਡੇ ਮੂੰਹ ਤੇ ਥੁੱਕ ਕੇ ਚਲਾ ਗਿਆ, ਤੁਸੀਂ ਜਵਾਬ ਵੀ ਨਹੀਂ ਦਿੰਦੇ ਉਹਨੂੰ। ਤੇ ਮਹਾਤਮਾ ਬੁੱਧ ਕਹਿੰਦੇ ਕਿਹੜੀ ਥੁੱਕ? ਮੇਰੇ ਤੱਕ ਤੇ ਥੁੱਕ ਕੋਈ ਪਹੁੰਚੀ ਹੀ ਨਹੀਂ। ਕਹਿੰਦਾ ਕਮਾਲ ਹੋ ਗਈ, ਚਿਹਰਾ ਤੇ ਤੁਹਾਡਾ ਮੈਂ ਪੂੰਝਿਆ, ਤੁਸੀਂ ਕਹਿੰਦੇ ਥੁੱਕ ਪਹੁੰਚੀ ਹੀ ਨਹੀਂ। ਮਹਾਤਮਾ ਬੁੱਧ ਕਹਿੰਦੇ ਖੜੇ ਹੋ ਜਾ, ਪਿੱਛੇ ਚੱਲ, ਥੋੜਾ ਹੋਰ ਪਿੱਛੇ ਹੋ ਜਾ, ਹੋਰ ਪਿੱਛੇ ਹੋ ਜਾ, ਹੋਰ ਪਿੱਛੇ ਹੋ ਜਾ। ਜਦੋਂ ਕਾਫੀ ਦੂਰੀ ਤੇ ਚਲਾ ਗਿਆ ਨਾ ਤੇ ਮਹਾਤਮਾ ਕਹਿੰਦੇ ਪੱਥਰ ਚੱਕ, ਔਰ ਜਿੰਨੀ ਤੇਰੇ 'ਚ ਤਾਕਤ ਹੈ ਉਨੀ ਜ਼ੋਰ ਨਾਲ ਮੈਨੂੰ ਮਾਰ। ਉਹਨੇ ਪੂਰੀ ਤਾਕਤ ਲਗਾ ਕੇ ਪੱਥਰ ਸਿੱਟਿਆ, ਪਰ ਉਹ ਪੱਥਰ ਮਹਾਤਮਾ ਤੱਕ ਪਹੁੰਚਿਆ ਕੋਈ ਨਹੀਂ। तो महात्मा कहते हुण मैनू दस, मैं तेनू इस पत्थर का जवाब दियां जिहड़ा पत्थर मैनू वज्जा ही नहीं, जिन्हें मैनू जख्मी ही नहीं किया, मैं उहदा जवाब कैसे दे सकदा? जिहड़ी गल नूं तुसीं परवानिया ही नहीं, जिहड़ी चीज तुसीं लैण वास्ते तैयार ही नहीं है, मैं धक्के नाल किवें दे दियां? तुसीं कहंदे हो भी ना मैं नहीं लैंदा तेरी चीज, बई मैं तुहाडे ते गुस्सा सिੱਟਦਾ, तुसीं लैंदे ही नहीं। भावें मैं जो मर्जी बोली जा, तुसीं उस चीज नूं अपने ते लैंदे ही नहीं। तो मेरे द्वारा कहे हुए बोल तुहानूं परेशान नहीं करनगे। कदों करनगे? जदों तुसीं उन्हां बोलां नूं कबूल कर लोगे, जदों उन्हां बोलां नूं तुसीं प्रवान कर लोगे, फिर तुसीं दुखी होवोगे, फिर परेशान होवोगे। सतगुरु जी कहंदे ना 6 चीज़ां तो जिहड़ा बंदा मुक्त हो जांदा है, ਉਹਦਾ ਖੇੜਾ, ਉਹਦੀ ਖੁਸ਼ੀ, ਉਹਦਾ ਆਨੰਦ ਕੋਈ ਖੋ ਨਹੀਂ ਸਕਦਾ। ਇਸੇ ਕਰਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨਿਆਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਪਾਤਸ਼ਾਹ ਜੀ ਕਹਿੰਦੇ ਕਿ ਉਹਦੇ ਜੀਵਨ ਦੇ ਅੰਦਰ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਭਿਮਾਨਾ। ਇਹ ਦਾਤ ਕਿਹਨੂੰ ਮਿਲਦੀ ਹੈ ਜੀ? ਅਖੀਰ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਦਾਤ ਮਿਲਦੀ ਹੈ ਗੁਰ ਕਿਰਪਾ, ਜਿਹ ਨਰ ਕੋ ਕੀਨੀ, ਤੇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ